ਤਾਲਾਬੰਦੀ ਖੁੱਲ੍ਹਣ ਦੇ ਬਾਵਜੂਦ ਆਈਲੈਟ ਸੈਂਟਰ ਨਾ ਖੁੱਲ੍ਹਣ ਦੇ ਰੋਸ ਵਿੱਚ ਖੰਨਾ ਵਿੱਚ ਆਈਲੈਟ ਸੈਂਟਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਇਸ ਲਈ ਕੀਤਾ ਗਿਆ ਤਾਂ ਜੋ ਸਰਕਾਰ ਤੱਕ ਉਹਨਾਂ ਦੀ ਆਵਾਜ਼ ਪਹੁੰਚ ਸਕੇ, ਸਰਕਾਰ ਤੱਕ ਸੰਦੇਸ਼ ਦਿੱਤਾ ਜਾ ਸਕੇ ਕਿ ਜੇਕਰ ਬੱਸਾਂ ਵਿੱਚ ਹੋਟਲ ਦੇ ਅੰਦਰ ਕਰੋਨਾ ਨਹੀਂ ਫੈਲਦਾ ਹੈ ਤਾਂ ਇਹ ਸਾਡੇ ਵਿਦਿਅਕ ਅਦਾਰਿਆਂ ਵਿੱਚ ਵੀ ਨਹੀਂ ਫੈਲ ਸਕਦਾ। ਤੇ ਨਾਲ ਹੀ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਕਰੋਨਾ ਦੇ ਹਰ ਮੇਰਾ ਨਾਮ ਨਵਨੀਤ ਕੁਮਾਰ ਜੀ। ਕੀ ਪ੍ਰੋਬਲਮ ਆ ਰਹੀ ਹੈ ਜਿਹਦੇ ਕਰਕੇ ਤੁਸੀਂ ਪ੍ਰੋਟੈਸਟ ਕੀਤਾ? ਸਾਡਾ ਅੱਜ ਇੱਥੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦਾ ਜਿਹੜਾ ਸਾਡਾ ਮੇਨ ਮਕਸਦ ਸੀ ਉਹ ਇਹੀ ਹੈ ਕਿ ਗਵਰਨਮੈਂਟ ਨੇ ਸਾਰਿਆਂ ਨੂੰ ਓਪਨ ਕਰਨ ਦੀ ਪਰਮਿਸ਼ਨ ਦੇ ਦਿੱਤੀ ਹੋਈ ਹੈ। ਸਾਰਾ ਕੁਝ ਖੋਲ੍ਹਤਾ ਹੋਇਆ, ਮਾਰਕੀਟ ਖੋਲ੍ਹਤੀਆਂ ਹੋਈਆਂ ਨੇ, ਜਿਮ ਤੇ ਰੈਸਟੋਰੈਂਟ ਅਗਲੇ ਹਫਤੇ ਖੋਲ੍ਹਣ ਦੇ ਜਿਹੜੇ ਆਰਡਰ ਨੇ ਉਹ ਆਲਰੇਡੀ ਆ ਚੁੱਕੇ ਨੇ। ਸਾਡੇ ਨਾਲ ਹੀ ਡਿਸਕ੍ਰਿਮੀਨੇਸ਼ਨ ਕਿਉਂ, ਪੱਖਪਾਤ ਕਿਉਂ? ਆਇਲਸ ਇੰਡਸਟਰੀ ਨੂੰ ਹਰ ਵਾਰ ਦਰਕਨਾਰ ਕੀਤਾ ਜਾਂਦਾ ਔਰ ਇਹ ਦਰਕਨਾਰ ਕਰਨ ਕਰਕੇ ਸਾਡੇ ਪਰਿਵਾਰ, ਸਾਡੀਆਂ ਫੈਮਲੀਆਂ ਸਫਰ ਕਰਦੀਆਂ ਨੇ। ਤਾਂ ਉਹੀ ਅਸੀਂ ਸਰਕਾਰ ਨੂੰ ਇੱਕ ਸੁਨੇਹਾ ਦੇਣ ਦੇ ਲਈ ਇਕੱਠੇ ਹੋਏ ਹਾਂ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸਾਡੇ ਨਾਲ ਇਹ ਪੱਖਪਾਤ ਬੰਦ ਕਰੋ, ਸਾਨੂੰ ਕੰਮ ਕਰਨ ਦੀ ਇਜਾਜ਼ਤ ਦਿਓ, ਕਿਉਂਕਿ ਸਾਡੇ ਵੀ ਖਰਚੇ ਨੇ। ਸਾਡੇ ਚੋਂ ਕੋਈ ਵੀ ਇੱਥੇ ਇਹੋ ਜਿਹਾ ਨਹੀਂ ਹੈਗਾ ਜਿਹੜਾ ਸਫਰ ਨਾ ਕਰ ਰਿਹਾ ਹੋਵੇ। ਔਰ ਇਹੀ ਮਕਸਦ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀਗੇ ਔਰ ਉਮੀਦ ਕਰਦੇ ਹਾਂ ਕਿ ਸਰਕਾਰ ਇਹ ਸਾਡੀ ਜਿਹੜੀ ਸੁਣਵਾਈ ਹੈ ਇਹਦੀ ਕਰੂਗੀ। ਬੱਸਾਂ ਦੇ ਵਿੱਚ ਫੁੱਲ ਕਪੈਸਿਟੀ ਨਾਲ ਚਲਾਉਣ ਦੀ ਇਜਾਜ਼ਤ ਦੇ ਰਹੀ ਸੀ ਸਰਕਾਰ, ਤੇ ਹੁਣ ਵੈਸੇ ਹੀ ਬੱਸਾਂ ਦੇ ਜਾਂ ਕਾਰਾਂ ਦੇ ਵਿੱਚ ਸਵਾਰੀਆਂ ਵਧਾ ਦਿੱਤੀਆਂ ਗਈਆਂ। ਸਟੂਡੈਂਟ ਕਿੰਨੇ ਹੁੰਦੇ ਤੁਹਾਡੇ ਕੋਲ ਕਲਾਸ? ਦੇਖੋ ਜੀ, ਸਾਡੇ ਕੋਲ ਜਿਹੜੇ ਕਲਾਸਰੂਮ ਨੇ, ਸਾਡੇ ਕੋਲੇ ਵੱਡੇ ਕਲਾਸਰੂਮ ਨੇ, ਕੋਈ 50 ਸਟੂਡੈਂਟ ਦੀ ਕਪੈਸਿਟੀ ਦਾ ਹੈ, ਕੋਈ 60 ਸਟੂਡੈਂਟ ਦੀ ਕਪੈਸਿਟੀ ਦਾ ਹੈ, ਕੋਈ 70 ਦੀ ਦਾ ਹੈ। ਤਾਂ ਮੈਂ ਤਾਂ ਸਰਕਾਰ ਨੂੰ ਇਹੀ ਕੁਐਸਚਨ ਕਰਦਾ ਕਿ ਦੇਖੋ, ਜੇ ਤੁਸੀਂ ਬੱਸਾਂ ਨੂੰ ਬਾਕੀ ਸਾਰੇ ਕਾਸੇ ਨੂੰ ਖੁੱਲ੍ਹਣ ਦੀ 50% ਦੇ ਨਾਲ ਪਰਮਿਸ਼ਨ ਦਿੰਦੇ ਹੋ ਤੇ ਸਾਨੂੰ 50% ਦੇ ਨਾਲ ਆਪਰੇਟ ਕਰਨ ਦੀ ਪਰਮਿਸ਼ਨ ਕਿਉਂ ਨਹੀਂ ਦੇ ਰਹੇ? ਤੁਹਾਨੂੰ ਕੀ ਹਰਜ ਹੈ ਜੀ ਇਹਦੇ 'ਚ? ਜੇ ਅਸੀਂ 50 ਸਟੂਡੈਂਟ ਦੀ ਜਿਹੜੀ ਕਪੈਸਿਟੀ ਵਾਲਾ ਕਲਾਸਰੂਮ ਆ, ਜੇ ਅਸੀਂ ਉਹਦੇ 'ਚ 20 ਸਟੂਡੈਂਟ ਬਿਠਾ ਕੇ ਪੜ੍ਹਾਉਂਦੇ ਆ, ਪ੍ਰੋਪਰ ਕਰੋਨਾ ਦੀਆਂ ਪ੍ਰੋਟੋਕੋਲਸ ਫੋਲੋ ਕਰਦੇ ਆ, ਕਲਾਸਰੂਮ ਦੀ ਸੈਨੀਟਾਈਜੇਸ਼ਨ ਹੁੰਦੀ ਆ, ਸਟੂਡੈਂਟ ਦੀ ਸੈਨੀਟਾਈਜੇਸ਼ਨ ਹੁੰਦੀ ਆ, ਬਿਨਾਂ ਮਾਸਕ ਅਸੀਂ ਕਿਸੇ ਨੂੰ ਐਂਟਰੀ ਨਹੀਂ ਦਿੰਦੇ। ਵੀ ਆਰ ਆਲ ਵੈਲ ਕੁਆਲੀਫਾਈਡ ਪੀਪਲ। ਲੇਕਿਨ ਸਰਕਾਰ, ਮੈਂ ਫਿਰ ਹੈਰਾਨ ਆ, ਸਰਕਾਰ ਹਰ ਚੀਜ਼ ਨੂੰ ਦਰਕਨਾਰ ਕਰਦੀ ਆ। ਔਰ ਕੈਪਟਨ ਸਾਹਿਬ, ਤੁਸੀਂ ਆਪ ਇੰਨੇ ਪੜ੍ਹੇ ਲਿਖੇ ਹੋ, ਸਾਡੀ ਪੜ੍ਹੇ ਲਿਖੇ ਲੋਕਾਂ ਦੀ ਇੰਡਸਟਰੀ ਆ, ਤਾਂ ਤੁਸੀਂ ਇਹਦੇ ਵੱਲ, ਮੈਂ ਤਾਂ ਹੈਰਾਨ ਆ। ਵਾਈ ਆਰ ਯੂ ਟਰਨਿੰਗ ਆਲ ਦ ਟਾਈਮ ਯੂਰ ਡੈਫ ਈਅਰ ਟੁਵਰਡਸ ਅਸ? ਕੀ ਮੰਗ ਕਰਦੇ? ਮੰਗ ਇਹੀ ਕਰਦੇ ਆ ਜੀ, ਜੇ ਤੁਸੀਂ ਬਾਕੀ ਸਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਆ ਤਾਂ ਫਿਰ ਸਾਡੇ ਨਾਲ ਹੀ ਇਹ ਮਤਰੇਹਾ ਸਲੂਕ ਕਿਉਂ ਕੀਤਾ ਜਾ ਰਿਹਾ ਜੀ? ਅਸੀਂ ਤਾਂ ਸਰਕਾਰ ਦਾ ਕੁਝ ਮਾੜਾ ਨਹੀਂ ਕੀਤਾ। ਔਰ ਮੈਂ ਇੱਕ ਚੀਜ਼ ਕਹਿਣਾ ਕੈਪਟਨ ਸਾਹਿਬ, ਹੱਥ ਜੋੜ ਕੇ ਕਹਿਣਾ, ਦੇਖੋ ਤੁਹਾਡੀ ਸਰਕਾਰ ਆ, ਤੁਸੀਂ ਹੁਕਮਰਾਨ ਹੋ। ਜੇ ਹੁਣ ਤੁਸੀਂ ਨਹੀਂ ਸੁਣਦੇ ਤਾਂ ਫਿਰ ਇਹ ਗੱਲਾਂ ਬਹੁਤ ਅੱਗੇ ਚਲੀਆਂ ਜਾਣੀਆਂ ਨੇ। ਪਹਿਲਾਂ ਕਿਸਾਨ ਆਤਮ ਹੱਤਿਆ ਕਰਦੇ ਸੀ, ਫਿਰ ਖਬਰਾਂ ਆਇਆ ਕਰਨਗੀਆਂ ਵੀ ਸਾਡੇ ਵਰਗੇ ਵੀ ਕਰਨਗੇ, ਤੇ ਉਹਦੇ ਲਈ ਜ਼ਿੰਮੇਵਾਰ ਕਿਹਨੇ ਹੋਣਾ? ਕੈਪਟਨ ਸਾਹਿਬ ਤੁਸੀਂ ਹੋਣਾ। ਤੁਸੀਂ ਇਹੀ ਉਮੀਦ ਕਰਦੇ ਆ ਕਿ ਸਾਨੂੰ ਜਿੰਨੀ ਜਲਦੀ ਹੋ ਸਕਦਾ ਸਾਡੀ ਸੁਣਵਾਈ ਕੀਤੀ ਜਾਵੇ, ਸਾਡੇ ਤੇ ਤਰਸ ਦੇ ਆਧਾਰ ਤੇ ਹੀ ਸਾਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕੈਪਟਨ ਸਾਹਿਬ, ਇਹ ਬੇਨਤੀ ਹੈ ਤੁਹਾਨੂੰ। ਮੈਨੂੰ ਪਤਾ ਤੁਸੀਂ ਆਪਣੇ ਪਾਰਟੀ ਦੇ ਰੁਝੇਵਿਆਂ 'ਚ ਬਿਜ਼ੀ ਹੋ ਕਿ ਅਸੀਂ ਤੁਹਾਡਾ ਆਵਾਮ ਨਹੀਂ ਹੈਗੇ, ਅਸੀਂ ਤੁਹਾਨੂੰ ਵੋਟਾਂ ਨਹੀਂ ਪਾਉਂਦੇ। ਮੈਂ ਤਾਂ ਇਹੀ ਬੇਨਤੀ ਕਰਦਾ ਵੀ ਸਾਡੇ ਨਾਲ ਇਹ ਮਤਰੇਆ ਸਲੂਕ ਬੰਦ ਕਰੋ। ਜੇ ਤੁਸੀਂ ਬਾਕੀ ਸਾਰਾ ਕੁਝ ਖੋਲ੍ਹਣ ਦੀ ਇਜਾਜ਼ਤ ਦਿੱਤੀ ਆ, ਸਾਨੂੰ ਵੀ ਇਜਾਜ਼ਤ ਦਿਓ। ਸਾਡਾ ਹੱਕ ਆ, ਸਾਡਾ ਰਾਈਟ ਆ। क्या नाम है मैम? मेरा नाम भारती जी, मैं ग्लोबल मेकओवर्स तो हूँ। क्या दिक्कत आ रही है यहाँ पे? दिक्कत सर ये है कि देखो, जो इस समय कोरोना का सीन चल रहा है वो भी सारा कुछ बंद है, लेकिन हौले हौले सरकार सारा कुछ खोल रही है, तो सिर्फ आइल्स इंस्टीट्यूट्स क्यों नहीं खुल रहे हैं? मेरी सरकार तो सिर्फ यही विनती है कि सानू भी इजाज़त दी जाए कि असी भी अपने आइल्स इंस्टीट्यूट्स ਨੂੰ खोलीए, ਅਸੀਂ भी उनकी गाइडलाइंस ਨੂੰ फॉलो करांगे। ਸਾਡੇ ਲਈ भी कुछ वो प्रोटोकॉल्स दे देन, गाइडलाइंस दे देन। ਜਦੋਂ ਮਰਜ਼ੀ ਆ ਕੇ उनकी सरकार, उनकी जो एसोसीएशन हैगी आके चेक कर सकती है, सानू कोई दिक्कत नहीं है सानू, पर सानू भी तो काम करने का मौका मिले ना। असी कितना चिर अपने घर बैठ के सर्वाइव करिए? बहुत सारे स्टाफ मैंबर्स ऐसे हैं जिनका घर सिर्फ इसी काम तो चल रही है। सरकार ਨੂੰ ਇਸ ਚੀਜ਼ ਲਈ ਵੀ ਸੋਚਣਾ ਚਾਹੀਦਾ। ਜ਼ਰੂਰੀ ਨਹੀਂ ਹੈ ਉੱਥੇ ਮੇਲ ਹੀ ਕਰ ਰਹੇ हैं। मेरी सरकार तो हथ जोड़ के रिक्वेस्ट है कि ਉੱਥੇ फीमेल्स भी काम कर रही हैं जिनके घर कोई नहीं है, वो अपने घर ਨੂੰ ਚਲਾ ਰਹੀ हैं। तो सरकार ने अगर होर चीज़ां खोलਣ ਦਾ इजाज़त ਦਿੱਤੀ है तो सरकार ਸਾਡੇ इंस्टीट्यूट्स ਨੂੰ भी खोलने का इजाज़त दे। ਕਿਹੜੇ ਖਰਚੇ ਜਿਹੜੇ ਹੈਗੇ ਕੰਟੀਨਿਊ ਪੈ ਰਹੇ ਆ? सर देखो, बिल्डिंग के रेंट्स कंटिन्यू जा रहे हैं, इलैक्ट्रिसिटी बिल जा रहा है, ਉਹਦੇ ਵਿੱਚ ਕੋਈ ਰਿਆਇਤ ਨਹੀਂ ਹੈਗੀ ਹੈ। उसके अलावा ਅਸੀਂ ਕੀ ਕਰ ਸਕਦੇ ਹਾਂ? ਸਾਡੇ ਕੋਲ ਤਾਂ ਲੈਂਡਲੋਰਡ ਕਹਿ ਦਿੰਦਾ ਜੀ ਬਿੱਲ ਦਿਓ, ਬਿੱਲ ਕਿੱਥੇ ਦੇਈਏ ਜਦ ਸਾਡੇ ਕੋਲ ਇਨਕਮ ਹੀ ਨਹੀਂ ਹੈਗੀ ਹੈ? ਕੋਈ ਬੱਚਾ ਸਾਡੇ ਕੋਲ ਨਹੀਂ ਹੈਗਾ, ਅਸੀਂ ਕਿਹਨੂੰ ਪੜ੍ਹਾਈਏ? ਇੱਕ ਪਾਸੇ ਤਾਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲ ਨੂੰ ਜਿਹੜੀਆਂ ਫੀਸਾਂ ਲੈਣ ਲਈ ਇਜਾਜ਼ਤ ਦਿੱਤੀ ਹੋਈ ਹੈ ਜੀ, ਤੇ ਤੁਹਾਡੇ ਖਰਚੇ ਫਿਰ ਕਿੱਦਾਂ ਚੱਲਣਗੇ? ਸਰ ਸਾਡੇ ਖਰਚੇ ਤਾਂ ਚੱਲ ਹੀ ਨਹੀਂ ਰਹੇ ਹੈਗੇ, क्योंकि ਸਾਡੇ ਕੋਲ ऑनलाइन क्लासेस नहीं चल रही है। बहुत सारी जो दुनिया बैठी है ਜਿਹੜੀ ਪਿੰਡਾਂ ਤੋਂ ਆਉਂਦੀ ਹੈ, उनके पास ज़रूरत की चीज़ां नहीं हैगियां। क्यों वो बाहर जाना चाहते हैं? क्योंकि उनके पास इंडिया की भी ज़रूरत की चीज़ां नहीं है।
तो वो किवें लैपटॉप लेके आउणगे, इन्ना खर्चा किवें करनगे? वो नहीं पढ़ सकते, उन्होंने नहीं आਉਂਦਾ, ਉਹ जब तक क्लास आके अटेंड नहीं करनगे ਅਸੀਂ ਉਹਨਾਂ ਨੂੰ नहीं समझा सकते। ਕੀ ਮੰਗ ਕਰਦੇ? ਸਾਡੀ ਮੰਗ ਇਹੀ ਹੈ ਜੀ ਪੰਜਾਬ ਸਰਕਾਰ ਤੋਂ ਕਿ ਸਾਨੂੰ ਵੀ ਇੰਸਟੀਚਿਊਟ ਖੋਲ੍ਹਣੇ ਦਾ ਮੌਕਾ ਦਿੱਤਾ ਜਾਏ, ਸਾਨੂੰ ਵੀ ਗਾਈਡਲਾਈਨਸ ਦੇ ਜਿਹਨੂੰ ਅਸੀਂ ਪ੍ਰੋਪਰ ਫੋਲੋ ਕਰਾਂਗੇ। ਠੀਕ ਹੈ ਸਰ ਕੀ ਨਾਮ ਹੈ ਜੀ, ਜੀ ਤੁਹਾਡਾ? ਮੇਰਾ ਨਾਮ ਪੀਯੂਸ਼ ਕੇ ਮਹਿਤਾ ਹੈ। ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਹੈ ਕਿਉਂ ਕੀਤਾ ਹੈ, ਕੀ ਕਾਰਨ? ਸਰ ਦੇਖੋ, ਮੈਂ ਇਹਨਾਂ ਦਾ ਲੀਗਲ ਰਿਪਰੈਜ਼ੈਂਟੇਟਿਵ ਹਾਂ। ਆਨਰੇਬਲ ਸੁਪਰੀਮ ਕੋਰਟ ਦੀ ਹਦਾਇਤਾਂ ਨੇ ਕਿ ਕਿਸੇ ਨੂੰ ਲਿਵਿੰਗ ਕਮਾਂਡ ਤੋਂ ਨਹੀਂ ਰੋਕਿਆ ਜਾ ਸਕਦਾ। ਸਾਡੇ ਸੰਵਿਧਾਨ 'ਚ ਆਰਟੀਕਲ 21 'ਚ ਰਾਈਟ ਟੂ ਲਾਈਫ ਦਿੱਤਾ ਗਿਆ, ਠੀਕ ਹੈ। तो ਉਹਦੇ 'ਚ ਰਾਈਟ ਟੂ ਲਾਈਵਲੀਹੁੱਡ ਜਿਹੜਾ ਹੈ ਉਹ ਸੁਪਰੀਮ ਕੋਰਟ ਨੇ ਆਪਣੀ ਇੰਟਰਪ੍ਰੀਟੇਸ਼ਨ 'ਚ ਕਿਹਾ ਹੈ ਕਿ ਜੀਵਿਕਾ ਕਮਾਣਾ, ਰੋਜ਼ੀ ਰੋਟੀ ਕਮਾਣਾ ਆਰਟੀਕਲ 21 ਦਾ ਸਿਧਾਂਤ ਹੈ। ਹਰ ਬੰਦੇ ਨੂੰ ਆਪਣੀ ਜੀਵਿਕਾ ਕਮਾਉਣ ਦਾ ਅਧਿਕਾਰ ਹੈ। ਅਸੀਂ ਇਦਾਂ ਨਹੀਂ ਕਰ ਸਕਦੇ ਵੀ ਇੱਕ ਪਾਸੇ ਤਾਂ ਪਬਲਿਕ ਟਰਾਂਸਪੋਰਟ 50 ਬੱਸਾਂ ਨੂੰ ਬੰਦਿਆਂ ਨੂੰ ਲੈ ਕੇ ਬੱਸ 'ਚ ਪੂਰੀ ਚੱਲ ਰਹੀ ਹੈ, ਦੂਜੇ ਪਾਸੇ ਕੋਈ ਇੰਸਟੀਚਿਊਟ 20 ਦੀ ਕਪੈਸਿਟੀ ਨਾਲ ਚੱਲ ਵੀ ਨਹੀਂ ਸਕਦਾ। 21 ਦੀ ਤਾਂ ਵਾਇਲੇਸ਼ਨ ਹੈਗੀ ਹੈ, ਜਿੱਥੇ ਰਾਈਟ ਟੂ ਲਾਈਫ ਜਾਂ ਪਰਸਨਲ ਲਿਬਰਟੀ ਖਰਾਬ ਹੋ ਰਹੀ ਹੈ, ਉਹ ਬੰਦਾ ਆਪਣੀ ਜੀਵਿਕਾ ਨਹੀਂ ਕਮਾ ਸਕਦਾ। ਇਹ ਆਰਟੀਕਲ 14 ਦੀ ਵੀ ਵਾਇਲੇਸ਼ਨ ਹੈ। ਆਰਟੀਕਲ 14 ਸਾਡਾ ਸੰਵਿਧਾਨ ਦਾ ਕਹਿੰਦਾ ਹੈ ਕਿ ਸਭ ਨੂੰ ਰਾਈਟ ਟੂ ਇਕੁਐਲਿਟੀ ਹੈ। ਇਹ ਕਿਸ ਤਰ੍ਹਾਂ ਦੀ ਇਕੁਐਲਿਟੀ ਹੈ ਤੁਸੀਂ ਆਪ ਦੱਸੋ। ਰੈਸਟੋਰੈਂਟ ਚੱਲ ਰਿਹਾ ਹੈ ਜਿੱਥੇ ਬਿਮਾਰੀ ਫੈਲਣ ਦਾ ਚਾਂਸ ਹੈਗਾ, ਬੱਸਾਂ 'ਚ 50 ਦੀ ਕਪੈਸਿਟੀ ਦਾ 50 ਦੇ 50 ਹੀ ਫੁੱਲ ਜਾ ਰਹੇ ਹੈ, ਉੱਥੇ ਬਿਮਾਰੀ ਫੈਲਣ ਦਾ ਚਾਂਸ ਹੈ। ਲੇਕਿਨ ਜਿੱਥੇ ਅਲਟਰਾ ਹਾਈਜੀਨ ਮੇਨਟੇਨ ਕੀਤੀ ਹੋਈ ਹੈ, ਲੋਕ ਸੈਲਫ ਆਡਿਟ ਦੇਣ ਲਈ ਤਿਆਰ ਹੈ। ਇੰਸਟੀਚਿਊਟ ਖੁਦ ਕਹਿ ਰਹੇ ਕਿ ਸਰ ਤੁਸੀਂ ਸਾਨੂੰ ਗਾਈਡਲਾਈਨਸ ਇਸ਼ੂ ਕਰੋ, ਅਸੀਂ ਓਪਨ ਕਰਨ ਨੂੰ ਤਿਆਰ ਹਾਂ, ਤਾਂ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਤਾਂ ਸਮਾਜ ਦੇ ਇੱਕ ਤਬਕੇ ਨੂੰ ਜਾਂ ਨਾਗਰਿਕ ਦੇ ਇੱਕ ਤਬਕੇ ਨੂੰ ਕੰਮ ਕਰਨ ਦੀ ਇਜਾਜ਼ਤ ਹੈਗੀ ਹੈ, ਦੂਸਰੇ ਨਾਗਰਿਕ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੈਗੀ। ਐਸਾ ਕਿਉਂ ਹੁੰਦਾ ਕਿ ਸਾਡੀਆਂ ਸਰਕਾਰਾਂ ਕੰਮ ਰੋਕਣ 'ਚ ਵਿਸ਼ਵਾਸ ਕਰਦੀਆਂ, ਕੰਮ ਕਰਨ 'ਚ ਵਿਸ਼ਵਾਸ ਨਹੀਂ ਕਰਦੀਆਂ? ਅਸੀਂ ਬੰਦ ਕਰਨ ਨੂੰ ਤਾਂ ਸਭ ਤੋਂ ਅੱਗੇ ਹਾਂ, ਲੇਕਿਨ ਖੋਲ੍ਹਣ 'ਚ ਸਭ ਤੋਂ ਪਿੱਛੇ ਹਾਂ, ਠੀਕ ਹੈ। ਤੁਹਾਡੇ ਇੰਸਟੀਚਿਊਟ ਹੈਗੇ ਆ, ਉਹ ਹਾਂਜੀ। ਬੰਦ ਕਰਵਾਏ ਗਏ ਨੇ, ਔਰ ਪ੍ਰਾਈਵੇਟ ਸਕੂਲਸ ਹੈਗੇ ਆ, ਉਹ ਬੱਚਿਆਂ ਤੋਂ ਉਦਾਂ ਹੀ ਫੀਸਾਂ ਲੈ ਰਹੇ ਆ, ਤੁਸੀਂ ਕੀ? ਸਰ ਉਹਨਾਂ ਦੀ ਲੌਬੀ ਸਾਡੇ ਨਾਲੋਂ ਬਹੁਤ ਜ਼ਿਆਦਾ ਸਟਰੋਂਗ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਲ ਦੀ ਜਿਹੜੀ ਸਟਰੈਂਥ ਹੈ ਉਹ 1700 ਤੋਂ ਲੈ ਕੇ 2500 ਤੱਕ ਸਟਰੈਂਥ ਹੁੰਦੀ ਹੈ। ਇੱਕ ਇੰਸਟੀਚਿਊਟ ਦੀ ਜਿਹੜੀ ਸਟਰੈਂਥ ਹੈ 20, 25, 30 ਤੱਕ ਹੋ ਸਕਦੀ ਹੈ। ਤਾਂ ਉਹਨਾਂ ਦੀ ਜਿਹੜੀ ਲੌਬਿੰਗ ਪਾਵਰ ਹੈ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ, ਉਹਨਾਂ ਦੀ ਸਾਡੇ ਨਾਲੋਂ ਜ਼ਿਆਦਾ ਹੈ। ਹਾਲਾਂਕਿ ਜਦ ਤੁਸੀਂ ਡਿਪਟੀ ਕਮਿਸ਼ਨਰ ਸਾਹਿਬ ਦੇ ਆਰਡਰ ਦੇਖੋ ਤਾਂ ਉਹਨਾਂ ਦੀ ਕਲਾਸੀਫਿਕੇਸ਼ਨ ਨੰਬਰ ਅਲੱਗ ਹੈ, ਸਾਡਾ ਕਲਾਸੀਫਿਕੇਸ਼ਨ ਨੰਬਰ ਅਲੱਗ ਹੈ, ਠੀਕ ਹੈ। 2500 'ਚ ਬਿਮਾਰੀ ਫੈਲਣ ਦਾ ਜ਼ਿਆਦਾ ਚਾਂਸ ਹੈ, 30 'ਚ ਬਿਮਾਰੀ ਫੈਲਣ ਦਾ ਚਾਂਸ ਘੱਟ ਹੈ, ਲੇਕਿਨ ਉਹਨਾਂ ਨੂੰ ਹਮੇਸ਼ਾ ਸਾਡੇ ਤੋਂ ਪਹਿਲਾਂ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦੀ ਵੋਟਿੰਗ ਪਾਵਰ ਵੀ ਸਾਡੇ ਨਾਲੋਂ ਜ਼ਿਆਦਾ ਹੈ, ਉਹਨਾਂ ਦੀ ਲੌਬਿੰਗ ਪਾਵਰ ਵੀ ਸਾਡੇ ਨਾਲੋਂ ਜ਼ਿਆਦਾ ਹੈ, ਤੇ ਉਹ ਆਪਣੀ ਸੇਹ ਸਰਕਾਰ 'ਚ ਜਲਦੀ ਕਹਾ ਸਕਦੇ ਨੇ। ਆ ਸਾਡੀ ਸੇਹ 19 ਨਹੀਂ ਹੁੰਦੀ। ਪਿਛਲੀ ਵਾਰੀ ਸਾਡੀ ਜਿਹੜੀ ਪਰਮਿਸ਼ਨ ਆਈ ਉਹ 15 ਅਕਤੂਬਰ ਨੂੰ ਆਈ, ਔਰ ਜਰਨਲ ਬਾਜ਼ਾਰ ਜਿਹੜਾ ਸੀ ਉਹ 17 ਮਈ ਨੂੰ ਖੁੱਲ੍ਹ ਗਿਆ ਸੀ। ਤਾਂ ਤੁਸੀਂ ਫਰਕ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਅਗਰ 5 ਮਹੀਨੇ ਕੋਈ ਇੰਸਟੀਚਿਊਟ ਘਰੇ ਬੈਠ ਕੇ ਕੰਮ ਮਤਲਬ ਵਿਹਲਾ ਬੈਠਾ ਰਿਹਾ ਤਾਂ ਉਹ ਬੰਦੇ ਨੇ 6-7 ਮਹੀਨੇ ਲਾ ਕੇ ਦੁਬਾਰਾ ਟਰੈਕ ਤੇ ਆ, ਜਦ ਨੂੰ ਤੁਸੀਂ ਦੁਬਾਰਾ ਬੰਦ ਕਰਤਾ। ਇਹੀ ਸੀਜ਼ਨ ਸੀਗਾ, ਅਪ੍ਰੈਲ ਜਾਂ ਮਾਰਚ ਤੋਂ ਲੈ ਕੇ ਸਤੰਬਰ ਤੱਕ ਦਾ ਕੰਮ ਕਰਨ ਦਾ ਸੀਜ਼ਨ ਹੁੰਦਾ ਹੈ। ਇਸੇ ਸੀਜ਼ਨ 'ਚ ਪ੍ਰਾਈਮ 'ਚ ਸਾਡਾ ਬੰਦ ਹੋ ਜਾਂਦਾ ਹੈ, ਤਾਂ ਇਸ ਹਿਸਾਬ ਨਾਲ ਤਾਂ ਸਾਰੇ ਅਦਾਰੇ ਬੰਦ ਹੋ ਜਾਣਗੇ। ਔਰ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ, ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈਗਾ, ਆਇਲਸ ਦਾ ਜਾਂ ਇਮੀਗ੍ਰੇਸ਼ਨ ਦਾ ਲਾਇਸੈਂਸ ਨਹੀਂ ਹੈਗਾ, ਉਹ ਘਰਾਂ 'ਚ ਧੜੱਲੇ ਨਾਲ ਕੰਮ ਕਰ ਰਹੇ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹ ਹੈ ਵੀ ਸਰ ਸਿਟੀਜ਼ਨ ਨੂੰ ਸਿਟੀਜ਼ਨ ਵਾਂਗੂ ਦੇਖੋ, ਉਹਨਾਂ ਦੀ ਰਾਈਟ ਟੂ ਲਾਈਵਲੀਹੁੱਡ ਪ੍ਰੋਟੈਕਟ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਭ ਸਿਟੀਜ਼ਨ ਨੂੰ ਬਰਾਬਰ ਦੇਖਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਮਾਂ-ਬਾਪ ਵਰਗੀ ਹੁੰਦੀ ਹੈ, ਤਾਂ ਮਾਂ-ਬਾਪ ਜਿਵੇਂ ਬੱਚਿਆਂ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ, ਇੱਦਾਂ ਸਰਕਾਰਾਂ ਨੂੰ ਵੀ ਆਪਣੇ ਨਾਗਰਿਕਾਂ ਨਾਲ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ। ਜੇ ਇੱਕ ਪੱਖ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਤਾਂ ਦੂਜੇ ਪੱਖ ਨੂੰ ਵੀ ਇਜਾਜ਼ਤ ਦੇਣੀ ਚਾਹੀਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਬੰਦ ਕਰ ਦਿਓ, ਅਸੀਂ ਤਾਂ ਇਹ ਕਹਿੰਦੇ ਹਾਂ ਸਾਡਾ ਵੀ ਖੋਲ੍ਹ ਦਿਓ। ਠੀਕ ਹੈ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।